ਦੂਜਿਆਂ ਦੇ ਔਗਣ ਫਰੋਲਣ ਵੇਲੇ ਜਾਂ ਪੰਡਨ ਵੇਲੇ ਜਿਸ ਨੂੰ ਵੀ ਸ਼ਰਮ ਨਹੀਂ ਆਉਂਦੀ ਉਹ ਨਿੰਦਕ ਬਣ ਜਾਂਦਾ ਹੈ। ਹਾਂਜੀ, ਇਹ ਆਪਣੇ ਆਪ ਵਿੱਚ ਬੜਾ ਸਿੰਪਲ ਸੈਂਟੈਂਸ ਹੈ ਕਿ ਦੂਜਿਆਂ ਨੂੰ ਨਿੰਦਣ ਵੇਲੇ, ਉਹਨਾਂ ਦੇ ਔਗਣ ਫਰੋਲਣ ਵੇਲੇ ਉਸ ਨੂੰ ਇਹ ਸ਼ਰਮ ਹੀ ਨਹੀਂ ਆਉਂਦੀ, ਉਹ ਆਪ ਬੇਪਰਦਾ ਹੋ ਜਾਂਦਾ ਹੈ। ਕਬੀਰ ਜੀ ਮੁਤਾਬਕ ਉਹ ਕਾਣਾ ਹੁੰਦਾ ਹੈ। आवरण हस्त आप है काने तिनको देख कबीर लजाने। ਕਬੀਰ ਸਾਹਿਬ ਕਹਿੰਦੇ ਨੇ ਜੋ ਦੂਜਿਆਂ ਤੇ ਹੱਸਦੇ ਨੇ, ਦੂਜਿਆਂ ਦੇ ਔਗਣ ਫਰੋਲਦੇ ਨੇ, ਉਹਨਾਂ ਦੀ ਇੱਕ ਅੱਖ ਦਰਅਸਲ ਬੰਦ ਹੈ ਔਰ ਇੱਕ ਅੱਖ ਖੁੱਲੀ ਹੈ। ਜਿਹੜੀ ਖੁੱਲੀ ਹੈ ਇਹਦੇ ਨਾਲ ਉਹ ਦੂਜਿਆਂ ਦੇ ਔਗਣ ਦੇਖਦੇ ਨੇ, ਪਰ ਜਿਹੜੀ ਬੰਦ ਹੈ ਇਹਦੇ ਨਾਲ ਆਪਣਾ ਔਗਣ ਦੇਖਣਾ ਅਸੀਂ ਨਹੀਂ ਦੇਖ ਪਾਉਂਦੇ ਨੇ। ਕਬੀਰ ਸਾਹਿਬ ਕਹਿੰਦੇ ਨੇ ਅਵਰਨ ਹਸਤ ਆਪ ਹੈ ਕਾਣੇ। ਉਹ ਕਾਣਾ ਇਨਸਾਨ ਹੈ ਜੋ ਦੂਜਿਆਂ ਦੇ ਔਗਣ ਫਰੋਲਦਾ ਹੈ। ਨਿੰਦਕ, ਅੱਜ ਦੇ ਟੌਪਿਕ ਵਿੱਚ ਨਿੰਦਕ ਕਾਣਾ ਹੈ ਕਿਉਂਕਿ ਦੂਜਿਆਂ ਦੇ ਔਗਣ ਫਰੋਲਦਾ ਹੈ। ਕਬੀਰ ਸਾਹਿਬ ਕਹਿੰਦੇ ਤਿੰਨ ਕੋ ਦੇਖ ਕਬੀਰ ਲਜਾਨੇ, ਐਸੇ ਖਿਆਲਾਂ ਨੂੰ ਦੇਖ ਕੇ ਤਾਂ ਮੈਨੂੰ ਲੱਜਾ ਆਉਂਦੀ ਹੈ। ਆਈ ਡੋਂਟ ਵਾਂਟ ਟੂ ਫੋਲੋ ਦੈਟ ਕਾਈਂਡ ਆਫ ਪ੍ਰੈਕਟਿਸ। ਨਿੰਦਕ ਆਪਣੇ ਹਿਰਦੇ ਰੂਪੀ ਘਰ ਵਿੱਚ ਨਹੀਂ ਰਹਿੰਦਾ, ਦੂਜਿਆਂ ਦੇ ਬੂਹੇ ਤੇ ਬੈਠਦਾ ਹੈ, ਮਾਨੋ ਜਿਵੇਂ ਆਪਣੇ ਘਰ ਵੱਲੋਂ ਮਰ ਗਿਆ, ਕਿਸੇ ਕੰਮ ਜੋਗਾ ਨਹੀਂ, ਪਰ ਦੂਜਿਆਂ ਦੇ ਬੂਹੇ ਤੇ ਬੈਠ ਕੇ ਚੌਕੀਦਾਰੀ ਕਰਦਾ ਹੈ। ਯੈਸ, ਅਸੀਂ ਜਦੋਂ ਆਪਣੇ ਘਰੋਂ ਉੱਠ ਗਏ, ਮਾਨੋ ਮੈਂ ਆਪਣੇ ਘਰ ਐਬਸੈਂਟ, ਮਾਨੋ ਮੈਂ ਮਰ ਗਿਆ। ਸੈਂਟੈਂਸ ਹੈ ਨਿੰਦਕ ਆਪਣੇ ਹਿਰਦੇ ਰੂਪੀ ਘਰ ਵਿੱਚ ਨਹੀਂ ਰਹਿੰਦਾ। ਵੈਨ ਐਵਰ ਆਈ ਐਮ ਵਿਹਲਾ, at that time I get up and don't sit at my home and I try to go others home। ਦੂਜਿਆਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੀ ਖਬਰ ਇਕੱਠੀ ਕਰਦਾ ਹਾਂ, ਭਾਵੇਂ ਮੈਂ ਫਿਜ਼ੀਕਲ ਉੱਠ ਕੇ ਨਹੀਂ ਜਾਂਦਾ, ਮਨ ਕਰਕੇ ਮੈਂ ਉੱਠ ਕੇ ਟੁਰ ਜਾਂਦਾ, ਔਰ ਜੇ ਦੂਜਿਆਂ ਦੇ ਘਰ ਚਲਾ ਜਾਂਦਾ ਆਪਣੇ ਘਰ 'ਚ ਐਬਸੈਂਟ ਹੋ ਜਾਂਦਾ ਹਾਂ, ਐਜ਼ ਇਫ ਕਿ ਮੈਂ ਮਰ ਗਿਆ ਹਾਂ, ਔਰ ਦੂਜਿਆਂ ਦੇ ਘਰ ਜਾ ਕੇ ਚੌਕੀਦਾਰਾ ਸ਼ੁਰੂ ਕਰ ਦਿੰਦਾ। ਦੇਖੋ ਕਿਸ ਤਰ੍ਹਾਂ ਹੁੰਦਾ ਚੌਕੀਦਾਰਾ। ਦੋ ਬੀਬੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ, ਉਹ ਸਾਹਮਣੇ ਵਾਲਿਆਂ ਦੇ ਘਰ ਨਾ ਕੋਈ 5-6 ਦਿਨਾਂ ਤੋਂ ਆਇਆ ਹੋਇਆ। ਉਹ ਕਹਿੰਦੀ ਉਹ ਨਾ ਉਹਨਾਂ ਦੇ ਜਵਾਈ ਦਾ ਭਰਾ ਹੈ। ਹੁਣ ਆਪਸ ਵਿੱਚ ਪਤਾ ਹੀ ਗੱਲਾਂ ਕਰਦੀਆਂ, ਨਾ ਇਹ ਕਦੋਂ ਤੱਕ ਰਹੇਗਾ, ਪੁੱਛੋ ਤੂੰ ਰੋਟੀ ਪਕਾਣੀ ਹੈ ਜਾ ਕੇ ਜਾਂ ਤੇਰੇ ਕੋਲ ਮੰਗ ਰਹੇ ਨੇ ਨਾ। ਉਹ ਚੌਕੀਦਾਰਾ ਸਟਾਰਟਸ, ਕਦੋਂ ਆਉਂਦਾ ਹੈ, ਸੁਣਿਆ ਰਾਤੀ ਬੜੀ ਦੇਰ ਨਾਲ ਆਉਂਦਾ, ਸਵੇਰੇ ਸਵੇਰੇ ਟੁੱਟ ਜਾਂਦਾ ਹੈ। ਬਈ ਯੂਰ ਚੌਕੀਦਾਰ, why you have to see on others house। ਦੂਜਿਆਂ ਦੇ ਘਰ ਅਸੀਂ ਚੈੱਕ ਕਰਦੇ ਰਹਿੰਦੇ ਹਾਂ ਔਰ ਦੂਜਿਆਂ ਨੂੰ ਸੁਪਰਫਲੂਅਸ ਕੁਐਸਚਨ ਕਰਦੇ ਰਹਿੰਦੇ ਹਾਂ। ਮੈਨੂੰ ਅਚਾਨਕ ਛੋਟੀ ਜੀ ਗੱਲ ਯਾਦ ਆਈ ਹੈ। ਮਕਾਨ ਬਣ ਰਿਹਾ ਸੀ, ਬੇਸਮੈਂਟ ਫਾਊਂਡੇਸ਼ਨ ਖੋਦਦੇ ਪਏ ਨੇ। ਦੂਜਿਆਂ ਦੇ ਘਰ ਜਾਣ ਵਾਲਾ ਪੁੱਛਦਾ ਹੈ ਭਾਈ ਸਾਹਿਬ ਇਹ ਕਿਆ ਮਕਾਨ ਬਣਵਾ ਰਹੇ ਹੋ? ਕਹਿੰਦਾ ਹਾਂ। ਹੁਣ ਫਾਊਂਡੇਸ਼ਨ ਖੋਦ ਰਹੀ ਸੀ, ਕਹਿੰਦਾ ਬੇਸਮੈਂਟ ਬਣਵਾ ਰਹੇ ਹੋ? ਕਹਿੰਦਾ ਨਹੀਂ ਟੌਪ ਫਲੋਰ ਬਣਵਾ ਰਹੇ। ਬੰਦਾ, 4 ਬੰਦੇ ਇੱਕ ਡੈਡ ਬॉडी ਨੂੰ ਚੁੱਕ ਕੇ ਲੈ ਜਾ ਰਹੇ। ਪੁੱਛਦਾ ਹੈ ਮੀਆਂ ਜੀ क्या हुआ? कहता है मेरे अब्बा जान फौत हो गए हैं। कहता अच्छा इनको दफनाने ले जा रहे हो? कहता नहीं रोज गार्डन घुमा ले जा रहे। Why you are concerned? ਵੇਲੇ ਬਿਲਕੁਲ ਸੁਪਰਫਲੂਅਸ ਗੱਲਾਂ ਦੀ ਸਾਨੂੰ ਆਦਤ ਹੈ ਔਰ ਸੁਪਰਫਲੂਅਸ ਗੱਲਾਂ ਕਰਨ ਵਾਲੇ ਸਾਡੇ ਕੰਨਾਂ 'ਚ ਪਾਉਂਦੇ ਰਹਿੰਦੇ ਨੇ, ਨਹੀਂ ਤੇ ਅਸੀਂ ਆਪਣੇ ਘਰ ਉੱਠ ਕੇ ਜਾਂਦੇ ਹੀ ਹਾਂ। ਸਾਨੂੰ ਖਬਰਾਂ ਲੈਣ ਦੀ ਆਦਤ ਹੈ, ਨਹੀਂ ਤੇ ਅਸੀਂ ਟੀਵੀ ਦੇਖ ਹੀ ਲੈਂਦੇ ਹਾਂ। ਦੂਜਿਆਂ ਦੇ ਬੂਹੇ ਤੇ ਬੈਠ ਕੇ ਚੌਕੀਦਾਰਾ ਕਰਦੇ ਰਹਿੰਦੇ ਹਾਂ ਜੀ। ਫਰੀਦਾ ਬਾਹਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਕਸੀ ਜਿਉਂ ਸਿਰੋਂ ਲੈ। ਹਾਂਜੀ, ਜੋ ਇਨਸਾਨ ਪਰਾਏ ਬੂਹੇ ਤੇ ਬਹਿੰਦੇ ਹਨ, ਫਰੀਦ ਜੀ ਕਹਿੰਦੇ ਨੇ ਮੈਨੂੰ ਇਹ ਪਸੰਦ ਨਹੀਂ ਹੈ, ਤੇ ਇੰਝ ਹੈ ਜਿਵੇਂ ਮਰ ਗਏ। ਬਾਹਰ ਪਰਾਇਆ ਬੈਸਣਾ, ਦੂਸਰਿਆਂ ਦੇ ਬੂਹੇ ਤੇ ਬੈਠਣਾ ਮੈਨੂੰ ਰੱਬ ਜੀ ਨਾ ਦਿਓ, ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੁੰਦਾ ਹੈ, ਜੇ ਤੂੰ ਐਵੇਂ ਰਕਸੀ ਜੀਓ ਸਰੀਰੋਂ ਲੈ ਮਰ ਜਾਈਦਾ। ਤਾਂ ਅਸੀਂ ਇਸ ਨੂੰ ਆਪਣੇ ਤੇ ਅਪਲਾਈ ਕਰਾਂਗੇ ਕਿ ਜਦੋਂ ਮੈਂ ਦੂਜਿਆਂ ਦੇ ਬੂਹੇ ਤੇ ਜਾਂਦਾ ਹਾਂ ਮਨ ਕਰਕੇ ਨਿਊਜ਼ ਇਕੱਠੀਆਂ ਕਰਨ ਵਾਸਤੇ, ਤਾਂ ਮਾਨੋ ਮਰ ਜਾਈਦਾ। ਨਿੰਦਕ ਲੋਕਾਂ ਦੇ
ਔਗਣ ਫਰੋਲਦਾ ਹੈ, ਮਾਨੋ ਧੋਬੀ ਵਾਂਗੂ ਦੂਜਿਆਂ ਦੇ ਕੱਪੜੇ ਧੋਣ ਦਾ ਕੰਮ ਕਰਦਾ ਹੈ। ਯੈਸ, ਕਬੀਰ ਸਾਹਿਬ ਦਾ ਅਸੀਂ ਇਸ ਤੇ 1998 ਵਿੱਚ ਸੈਮੀਨਾਰ ਕੀਤਾ ਸੀ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ। ਉਹਦੇ ਵਿੱਚ ਆਇਆ ਸੀ ਨਿੰਦਕ ਹਮਰੇ ਕੱਪੜੇ ਧੋਏ। ਸੋ ਨਿੰਦਕ ਲੋਕਾਂ ਦੇ ਔਗਣ ਫਰੋਲਦਾ ਹੈ, ਮਾਨੋ ਧੋਬੀ ਵਾਂਗੂ ਦੂਜਿਆਂ ਦੇ ਕੱਪੜੇ ਧੋਣ ਦਾ ਕੰਮ ਕਰਦਾ ਹੈ। ਹੁਣ ਜੇ ਤੁਸੀਂ ਆਪਣੇ ਆਪ ਨੂੰ ਧੋਬੀ ਅਖਵਾਉਣਾ ਚਾਹੁੰਦੇ ਹੋ ਮੇਰੇ ਸਮੇਤ, ਜੇ ਮੈਂ ਆਪਣੇ ਆਪ ਨੂੰ ਧੋਬੀ ਅਖਵਾਉਣਾ ਚਾਹੁੰਦਾ ਹਾਂ, ਮੈਨੂੰ ਇਹ ਜੌਬ ਕੰਟੀਨਿਊ ਰੱਖਣੀ ਚਾਹੀਦੀ ਹੈ। ਇਜ਼ਨਟ ਇਟ? ਜੋ ਇਹ ਕੰਟੀਨਿਊ ਨਹੀਂ ਰੱਖਣਾ ਚਾਹੁੰਦਾ ਉਹ ਨਿੰਦਕ ਸੁਭਾਅ ਤੋਂ ਛੁੱਟਣਾ ਚਾਹੁੰਦਾ ਹੈ। ਜੋ ਨਹੀਂ ਛੁੱਟਣਾ ਚਾਹੁੰਦਾ ਉਹ ਧੋਬੀ ਪਿਆ ਬਣਿਆ ਫਿਰੇ। ਜੀ, ਨਿੰਦਕ ਮੋਏ ਦੀ ਨਿਆਈ ਹੁੰਦਾ ਹੈ। ਨਿੰਦਕ ਮੰਦ ਬੁੱਧੀ ਰੂਪੀ ਗੱਦੇ ਉੱਪਰ ਸਵਾਰ ਹੁੰਦਾ ਹੈ। ਹਾਂਜੀ, ਨਿੰਦਕ ਖੋਤੇ ਉੱਤੇ ਸਵਾਰ ਰਹਿੰਦਾ ਹੈ ਹਮੇਸ਼ਾ, ਕਿਉਂਕਿ ਉਸ ਦਾ ਮਨ ਉਸ ਨੂੰ ਨਹੀਂ ਪਤਾ ਕਿ ਕਿਹੜੇ ਪਾਸੇ ਲਿਜਾਈ ਜਾ ਰਿਹਾ ਹੈ। ਜੀ ਨੈਕਸਟ। ਨਿੰਦਕ ਤੀਰਥਾਂ ਤੇ ਨਹਾਉਣ ਜਾਂਦਾ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਉਹ ਲੋਕਾਂ ਦੀ ਨਿੰਦਾ ਕਰਕੇ, ਲੋਕਾਂ ਦੇ ਕੱਪੜੇ ਧੋ ਕੇ ਉਹਨਾਂ ਦੀ ਮੈਲ ਆਪਣੇ ਮਨ ਵਿੱਚ ਇਕੱਠੀ ਕਰਦਾ ਰਹਿੰਦਾ ਹੈ, ਜੋ ਕਿ 68 ਤੀਰਥਾਂ ਤੇ ਨਹਾ ਕੇ ਵੀ ਨਹੀਂ ਤੁਲ ਸਕਦੀ। ਹਾਂਜੀ, ਸਾਡੇ ਅੱਜ ਦੇ ਸ਼ਬਦ ਦੀ ਇਹ ਪਹਿਲੀ ਪੰਕਤੀ। ਕੋਈ ਇਨਸਾਨ ਜਦੋਂ ਤੀਰਥਾਂ ਤੇ ਜਾਂਦਾ ਹੈ, ਭਾਵੇਂ 68 ਤੀਰਥਾਂ ਤੇ ਨਾੜ ਜਾਵੇ, ਕਿਸੇ ਵੀ ਮਜ਼ਹਬ ਵਾਲਾ ਹੋਵੇ, ਕਿਸੇ ਵੀ ਜਗ੍ਹਾ ਦਾ ਨਾ ਤੀਰਥ ਰੱਖ ਕੇ ਉੱਥੇ ਨਾੜ ਜਾਂਦਾ ਹੈ, ਔਰ ਭਾਵੇਂ 68 ਤੀਰਥਾਂ ਤੇ ਜਾਂਦਾ ਹੈ, ਜਿਤਨੀ ਮਰਜ਼ੀ ਪਿਲਗ੍ਰਿਮੇਜ ਕਰਦਾ ਹੈ, ਜੇ ਉਹ 68 ਤੀਰਥ ਨਾਵੇ, ਸਾਡੇ ਸ਼ਬਦ ਦੀ ਪਹਿਲੀ ਪੰਕਤੀ, ਉਹਦਾ ਇਹ ਨਾਣਾ ਸਫਲਾ ਨਹੀਂ ਹੈ, ਕਿਉਂਕਿ ਉਹਦੇ ਮਨ ਉੱਤੇ ਲੋਕਾਂ ਦੀ ਨਿੰਦਾ ਦੀ ਮੈਲ ਲੱਗੀ ਹੋਈ ਹੈ। ਸ਼ਬਦ ਰਾਓ ਹੈ, ਸਾਧ ਕਾ ਨਿੰਦਕ ਕੈਸੇ ਤਰੈ? ਜੋ ਚੰਗੇ ਗੁਣਾਂ ਨੂੰ ਨਿੰਦਦਾ ਹੈ ਉਹ ਕਿਵੇਂ ਤਰ ਸਕਦਾ ਹੈ? ਸਰ ਪਰ ਜਾਨੋ, ਸਰ ਪਰ ਜਾਨੋ ਹੁੰਦਾ ਸ਼ੋਰ ਸ਼ਾਟ, ਇਹ ਮੰਨਣਾ ਹੀ ਪਏਗਾ। ਸਰ ਪਰ ਜਾਨੋ ਨਰਕ ਹੀ ਪਰੈ, ਨਿੰਦਕ ਨਰਕ ਵਿੱਚ ਰਹਿੰਦਾ ਹੈ। ਅਸੀਂ ਇਹਦੇ ਅਰਥ ਨਹੀਂ ਕਰ ਸਕਦੇ ਨਿੰਦਾ ਆਜ ਕਰੋ ਔਰ 60 70 90 100 ਸਾਲ ਬਾਅਦ ਜਦੋਂ ਮਰੋਗੇ ਤਾਂ ਨਰਕ ਨੂੰ ਜਾਓਗੇ। ਨਹੀਂ, ਜਦੋਂ ਮੈਨੂੰ ਨਿੰਦਕ ਖਿਆਲ ਆਇਆ, ਨਿੰਦਕ ਵਾਇਰਸ ਮੇਰੇ ਅੰਦਰ ਆਇਆ, ਇਹਨੇ ਮੈਨੂੰ ਨਰਕ ਵਿੱਚ ਪਾ ਦਿੱਤਾ, ਕਿਉਂਕਿ ਮੈਂ ਦੂਜਿਆਂ ਦੀ ਹੁਣ ਗੱਲਾਂ ਸ਼ੁਰੂ ਕਰਾਂਗਾ। ਆਪਣੇ ਸਵੈ ਦੇ ਵਰਗ ਤੋਂ ਆਊਟ ਹੋ ਗਿਆ। ਸਵੈ ਦੇ वर्ग ਨੂੰ स्वर्ग कहते ने। अपने स्वर्ग से निकल गया और दूसरों के गंदे ख्यालों की बातें इकट्ठी करके उनके नरक में पड़ गया। यह शब्द राव है। जिसनों नरक च नहीं पैना वो निंदक सुभाव तो छुटेगा। सर पर जानो नरक ही पर है, वो नरक में पड़ा हुआ है। मरण तो बाद वाले नरक की गल मैं नहीं कर रहा। जींदे जी वो इंसान नरक विच है। तुसी सारे सुने हुआ है ना, जदों एक बंदा मरण तो बाद ऊपर गया, सो कार्ड रब जी ने उन्होंने मरण वाली जगह ते पूछया कि तुम शादीशुदा हो कि नहीं? कहता नहीं। कहता चलो स्वर्ग में, नहीं चलो नरक में। फिर दूजे ने पूछा तुम शादीशुदा? कहता नहीं। कहता तुम भी चलो नरक में। तीजे ने पूछा तुम शादीशुदा हो? कहता हाँ। कहता चलो स्वर्ग में। उन्होंने पूछा ये क्यों इसको ऐसे बोल रहे हो? कहता ब्याह करा के नरक भोगा है। जिसनों ए नरक हुने समझ आ गया ना, वो मरण तो बाद वाले नरक की गल नहीं करेगा। वो जींदे जी निंदक सुभाव वाले नरक तो छुटेगा, अपने स्वै वर्ग दे अंदर आना चाहेगा। जी ਨਿੰਦਕ ਨੂੰ ਸੱਚ ਲੈਣਾ ਪਸੰਦ ਨਹੀਂ ਹੁੰਦਾ। ਇਗਨੋਰੈਂਟ ਜੋ ਹੁੰਦਾ ਹੈ, ਭਾਵ ਕਾਚੇ ਧਨ ਦਾ ਮਾਲਕ ਹੁੰਦਾ ਹੈ। ਹਾਂ, ਉਹ ਦੁਨੀਆ ਦੀਆਂ ਗੰਦੀਆਂ ਗੱਲਾਂ ਇਕੱਠਾ ਕਰਦਾ ਹੈ। ਇਸ ਨੂੰ ਕਾਚਾ ਧਨ ਕਹਿੰਦੇ ਨੇ। काचा धन संचय मूर्ख गंवार। जो मूर्ख होता है, गंवार होता है, स्टबन होता है, उसको दुनिया की गंदी बातों का असेट कैपिटल
रास इकट्ठी करने का शौक होता है, इन्हों कहते ने काचा तन संचय मूर्ख गंवार। ਉਹ ਸੱਚ ਨੂੰ ਇਸ ਲਈ ਇਗਨੋਰ ਕਰਦਾ ਹੈ ਕਿ ਮਤੇ ਆਪਣੀ ਅਵਗੁਣਾ ਰੂਪੀ ਮੈਲ ਵੱਲ ਧਿਆਨ ਨਾ ਪੈ ਜਾਏ। ਹਾਂਜੀ, ਨਿੰਦਕ ਸੱਚ ਨੂੰ ਇਸ ਕਰਕੇ ਇਗਨੋਰ ਕਰਦਾ ਹੈ, ਉਹ ਨਿੰਦਕ ਤਾਂ ਹੁੰਦਾ ਹੈ ਕਿ ਇਹਦੇ ਨਾਲ ਮੇਰੇ ਅਵਗੁਣਾ ਵੱਲ ਧਿਆਨ ਪੈ ਜਾਏਗਾ। ਸੀ ਧਾਰਮਿਕ ਦੁਨੀਆ ਵਿੱਚ ਵੀ ਲੋਕੀ ਸੱਚ क्यों नहीं लेते ने? लोकी सच इस करके नहीं लेते ने कि अगर मैंने इस सच को समझ लिया तो मुझे मेरे दूध में मक्खी नज़र आ जाएगी और मेरे को ये छोड़ना पड़ेगा, मेरे को अपना नेगेटिव छोड़ना पड़ेगा। इस करके लोकी सच सुनना पसंद नहीं करते ने, सिर्फ ट्यून विच सुन के मस्त रहते ने, सोचते ने मैं मत्था टेक आया, मैं ट्यून विच सुन लिया, बस विचार नहीं सुनना चाहते ने। ਕੰਨ ਰਸ ਤੱਕ, ਕਿਉਂਕਿ ਕੰਨ ਰਸ ਤੱਕ ਸੁਣ ਕੇ ਬਦਲਣਾ ਨਹੀਂ ਪੈਂਦਾ, ਵਿਚਾਰ ਕਰਕੇ ਆਪਣੇ ਬਾਂਦਰਾਂ ਵੱਲ ਧਿਆਨ ਪੈਂਦਾ ਹੈ। ਔਰ ਨਿੰਦਕ ਇਹ ਨਹੀਂ ਚਾਹੁੰਦਾ ਕਿ ਮੈਨੂੰ ਮੇਰੇ ਬਾਂਦਰ ਦਿਖਾਏ ਜਾਣ।